ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀਜ਼ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਅੱਜ ਤੁਹਾਨੂੰ ਥੋੜਾ ਜਿਹਾ ਮਾਹੌਲ ਵੱਖਰਾ ਲੱਗੇਗਾ। ਦਰਅਸਲ ਅਸੀਂ ਅੱਜ ਇੱਕ ਪ੍ਰੋਗਰਾਮ ਤੇ ਅਸੀਂ ਪਠਾਨਕੋਟ ਗਏ ਸੀਗੇ ਤੇ ਰਸਤੇ ਦੇ ਵਿੱਚ ਪ੍ਰੋਗਰਾਮ ਸਾਨੂੰ ਕਰਨਾ ਪੈ ਰਿਹਾ ਤੇ ਜਿੱਥੇ ਰੁਕੇ ਆ ਇੱਕ ਪੈਟਰੋਲ ਪੰਪ ਤੇ ਹੈ, ਜਗਦੀਸ਼ ਸੰਸ ਫਿਲਿੰਗ ਸਟੇਸ਼ਨ ਦੇ ਉੱਪਰ ਸਾਨੂੰ ਇਹ ਪ੍ਰੋਗਰਾਮ ਕਰਨਾ ਪੈ ਰਿਹਾ। ਚਲੋ ਕਦੀ ਕਦੀ ਇਦਾਂ ਦੀ ਮਜਬੂਰੀ ਬਣ ਵੀ ਜਾਂਦੀ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤੇ, ਸਾਡੇ ਦਰਸ਼ਕ ਜੋ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਕਿਸੇ ਦੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਸਵਾਗਤ ਨਾਲ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਸਵਾਗਤ ਕਰਦੇ ਪਏ ਹੋ। ਜਗਦੀਸ਼ ਸੰਸ ਫਿਲਿੰਗ ਸਟੇਸ਼ਨ ਦਸੂਹਾ ਵਾਲਿਆਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਆਉਂਦਿਆਂ ਸਾਰ ਬੜੀ ਖੁਸ਼ੀ ਨਾਲ ਸਾਨੂੰ ਜਗ੍ਹਾ ਦਿੱਤੀ ਹੈ ਰਿਕਾਰਡਿੰਗ ਕਰਨ ਵਾਸਤੇ। ਵੈਲਕਮ। ਬਿਲਕੁਲ। ਪਰ ਸਰ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ, ਉਹ ਕਹਿੰਦੇ ਇੰਡਸਟਰੀ ਜਿੰਨਾ ਕੁ ਪਾਣੀ ਵਰਤੇਗੀ ਉਹਨੇ ਕੁ ਪੈਸੇ ਵੀ ਉਹਨਾਂ ਨੂੰ ਦੇਣੇ ਪੈਣਗੇ। ਇਸ ਜੋ ਫੈਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਫੈਸਲਾ ਠੀਕ ਆ, ਕਿਸੇ ਵੀ ਤਰੀਕੇ ਗਲਤ ਨਹੀਂ। ਬਹੁਤ ਸਾਰੀਆਂ ਥਾਵਾਂ ਤੇ ਇੰਡਸਟਰੀ ਬੇਬਹਾ ਪਾਣੀ ਵਰਤ ਰਹੀ ਆ ਤੇ ਨਾ ਤਾਂ ਲੱਗਦਾ ਕਿਸਾਨਾਂ ਦਾ ਕਿ ਇਹ ਪਾਣੀ ਮੁਕਾਈ ਜਾਂਦੇ ਆ। ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਇੱਥੇ ਹੋਰ ਕਿੰਨੀ ਕਿਸਮ ਦੀ ਇੰਡਸਟਰੀ ਚੱਲਦੀ ਹੈ, ਉਹ ਕਿੰਨਾ ਪਾਣੀ ਵਰਤਦੀ ਹੈ। ਮੈਂ ਅੱਗੇ ਕਈ ਵਾਰੀ ਇਹ ਗੱਲ ਦੱਸੀ ਹੈ ਕਿ ਕੇਰਲਾ ਦੇ ਇੱਕ ਪਿੰਡ ਵਿੱਚ ਆ ਕੇ ਇੱਕ ਬੋਟਲਿੰਗ ਪਲਾਂਟ ਲੱਗ ਗਿਆ, ਜਿਹਦੇ ਵਿੱਚ ਕੋਲਡ ਡਰਿੰਕ ਦੀ ਫੈਕਟਰੀ ਸੀ। ਉਹ ਕੋਲਡ ਡਰਿੰਕ ਦੀ ਫਿਲਿੰਗ ਕਰਦੇ ਸੀ, ਪਰ ਉਹਦੇ ਵਾਸਤੇ ਪਾਣੀ ਜਿਹੜਾ ਸੀ ਕੋਲਡ ਡਰਿੰਕ ਤਿਆਰ ਕਰਨ ਵਾਸਤੇ ਜ਼ਮੀਨ 'ਚੋਂ ਖਿੱਚਦੇ ਸੀ ਜੀ। ਉੱਥੋਂ ਦੀ ਪੰਚਾਇਤ ਦੇ ਪੜ੍ਹੇ ਲਿਖੇ ਸਰਪੰਚ ਨੇ ਇਹ ਕੇਸ ਕਰ ਦਿੱਤਾ ਅਦਾਲਤ ਵਿੱਚ ਕਿ ਸਾਡੇ ਪਿੰਡ ਦਾ ਪਾਣੀ ਜਿਹੜਾ ਉਹਦਾ ਪੱਧਰ ਡਿੱਗਦਾ ਜਾ ਰਿਹਾ, ਇਹ ਪਾਣੀ ਸਾਡਾ ਵਰਤ ਰਿਹਾ, ਉਸ ਪਾਣੀ ਦੀ ਸਾਨੂੰ ਰਾਇਲਟੀ ਦੇਣ। ਅਦਾਲਤ ਨੇ ਹੇਠਲੀ ਨੇ ਨਾ ਸੁਣਿਆ, ਉਹ ਉੱਪਰ ਹਾਈ ਕੋਰਟ ਚਲੇ ਗਏ। ਹਾਈ ਕੋਰਟ 'ਚੋਂ ਪਾਸ ਹੋ ਗਿਆ, ਕੰਪਨੀ ਉੱਪਰ ਸੁਪਰੀਮ ਕੋਰਟ ਚਲੀ ਗਈ। ਕੰਪਨੀ ਨੇ ਸੁਪਰੀਮ ਕੋਰਟ ਤੱਕ ਜ਼ੋਰ ਲਾ ਲਿਆ, ਪਰ ਉਹ ਪਿੰਡ ਦਾ ਪੜ੍ਹਿਆ ਲਿਖਿਆ ਕਾਮਯਾਬ ਕੇਰਲਾ ਦਾ ਜਿਹੜਾ ਸਰਪੰਚ ਸੀ ਉਹ ਕਾਮਯਾਬ ਹੋ ਗਿਆ ਤੇ ਉਹਨੇ ਆਪਣੇ ਪਿੰਡ ਵਾਸਤੇ ਉਸ ਇੰਡਸਟਰੀ ਤੋਂ ਜਿਹੜੀ ਉਹ ਕੋਲਡ ਡਰਿੰਕ ਬਣਾਉਂਦੀ ਸੀ ਉਹਨਾਂ ਵਾਸਤੇ ਜਿਹੜਾ ਰਾਇਲਟੀ ਉਹ ਮਨਜ਼ੂਰ ਕਰਾ ਲਈ ਜੀ। ਫਿਰ ਉਹਨੇ ਨਾਲ ਦੇ 20-22 ਪਿੰਡਾਂ 'ਚ ਆਖਿਆ ਤੁਸੀਂ ਸਾਰੇ ਆਪੋ ਆਪਣੇ ਪਿੰਡ ਦਾ ਚੈੱਕ ਕਰਾਓ ਕਿ ਕਿਹੜੇ ਪਿੰਡ ਦਾ ਕਿੰਨਾ ਕਿੰਨਾ ਇਫੈਕਟ ਕੀਤਾ। ਸਾਡੇ ਤੇ ਪਿੰਡ 'ਚ ਲੱਗੀ ਇੰਡਸਟਰੀ, ਪਰ ਨਾਲ ਦੇ ਤੁਹਾਡੇ ਪਿੰਡਾਂ ਦਾ ਵੀ ਪੱਧਰ ਡਿੱਗਿਆ ਹੋਊ। ਪਤਾ ਲੱਗਾ ਕਿ ਉੱਥੇ ਵੀ ਨਾਲ ਦੇ ਪਿੰਡਾਂ ਤੱਕ ਵੀ ਉਹਨੇ ਅਸਰ ਪਾਇਆ ਸੀ ਤੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਫਿਰ ਮੁਆਵਜ਼ਾ ਮੰਗ ਲਿਆ। ਹੁਣ ਕੇਰਲਾ ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਰਾਜਾਂ 'ਚੋਂ ਹੈ, ਇਸ ਕਰਕੇ ਉੱਥੋਂ ਦੇ ਲੋਕ ਸਿਆਣੇ ਸਨ। ਸਾਡੇ ਪੰਜਾਬ 'ਚ ਇੱਥੇ ਕਿੰਨੀ ਕਿਸਮ ਦੀ ਇੰਡਸਟਰੀ ਲੱਗੀ ਹੈ। ਇੱਥੇ ਕੋਲਡ ਡਰਿੰਕ ਵਾਲੀ ਵੀ ਆ, ਦੂਜੀ ਤੀਜੀ ਵੀ ਆ, ਵਿਸਕੀ ਦੀਆਂ ਜਿਹੜੀਆਂ ਬੋਤਲਾਂ ਭਰਦੀਆਂ ਨੇ, ਪਾਣੀ ਤੇ ਇਹ ਵੀ ਲੈਂਦੇ ਜ਼ਮੀਨ 'ਚੋਂ। ਇਹਨਾਂ ਸਾਰਿਆਂ ਦੇ ਬਾਰੇ ਕਦੇ ਅੱਜ ਤੱਕ ਕਿਸੇ ਨੇ ਇਹਨਾਂ ਤੋਂ ਕੋਈ ਰਾਇਲਟੀ ਵਗੈਰਾ ਮੰਗਣ ਦੀ ਗੱਲ ਨਹੀਂ ਕੀਤੀ। ਹੁਣ ਜਦੋਂ ਇਹ ਕੰਮ ਚੱਲਦਾ ਪਿਆ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੇ ਠੀਕ ਫੈਸਲਾ ਲਿਆ। ਨਾਲ ਉਹਨਾਂ ਨੇ ਕਹਿ ਦਿੱਤਾ ਕਿ ਜੇ ਕੋਈ 300 ਕਿਊਸਿਕ ਤੱਕ ਵਰਤੇ ਤੇ ਉਹ ਤੋਂ ਅਸੀਂ ਰਾਇਲਟੀ ਨਹੀਂ ਲਵਾਂਗੇ। ਇਹ ਅਜੇ ਪੰਜਾਬ ਸਰਕਾਰ ਦਾ ਫੈਸਲਾ ਨਹੀਂ ਗਾ, ਇਹ ਪੰਜਾਬ ਦੀ ਜਿਹੜੀ ਅਸਲ ਵਿੱਚ ਵਾਟਰ ਅਥਾਰਟੀ ਹੈ, ਪਾਣੀ ਸੰਭਾਲ ਅਥਾਰਟੀ, ਉਹਦਾ ਪੂਰਾ ਨਾਮ ਮੈਨੂੰ ਇਸ ਵਕਤ ਯਾਦ ਨਹੀਂ, ਉਸ ਜਿਹੜੀ ਪਾਣੀ ਨੂੰ ਸੰਭਾਲਣ ਵਾਲੀ ਪੰਜਾਬ ਸਰਕਾਰ ਦੀ ਅਥਾਰਟੀ, ਉਹਦਾ ਫੈਸਲਾ। ਉਹਨਾਂ ਨੇ ਆਖਿਆ ਕਿ ਪੰਜਾਬ ਦਾ ਪਾਣੀ ਦਾ ਪੱਧਰ ਪੈਰੋਂ ਪੈਰ ਡਿੱਗ ਰਿਹਾ ਔਰ ਕਈ ਇਲਾਕੇ ਤਾਂ ਪੰਜਾਬ ਵਿੱਚ ਸਾਰਿਆਂ ਨੂੰ ਪਤਾ ਡਾਰਕ ਜ਼ੋਨ ਬਣਦੇ ਜਾ ਰਹੇ, ਜਿੱਥੇ ਜ਼ਮੀਨ ਵਿੱਚ ਪਾਣੀ 300-400 ਫੁੱਟ ਤੱਕ ਵੀ ਜਾ ਕੇ ਨਿਕਲਣ ਲੱਗ ਪਿਆ। ਉਹ ਕੁਝ ਥਾਵਾਂ ਇਹੋ ਜਿਹੀਆਂ ਨੇ, ਉਹਨਾਂ ਥਾਵਾਂ 'ਤੇ ਫਿਰ ਲੋਕ ਕੱਲ੍ਹ ਨੂੰ ਕਿਸਾਨ ਕਰਨਗੇ ਕੀ? ਇਹਦਾ ਕਰਕੇ ਜੇ ਇਹਨਾਂ ਫੈਸਲਾ ਲਿਆ ਤੇ ਇੰਡਸਟਰੀ ਜਿੰਨਾ ਪਾਣੀ ਵਰਤਦੀ ਉਹ ਵੀ ਦੇਵੇ। ਅਸੀਂ ਤਾਂ ਕਿਸਾਨਾਂ ਨੂੰ ਵੀ ਇਹ ਰਾਏ ਦਿੰਦੇ ਹਾਂ ਬਲਕਿ ਬਾਰ-ਬਾਰ ਕਿ ਤੁਸੀਂ ਝੋਨੇ ਦੇ ਮਗਰ ਪਏ ਆ। ਝੋਨਾ ਤੁਹਾਨੂੰ ਸੌਖੀ ਬੀਜਣ ਵਾਲੀ ਪਾਲਣ ਵਾਲੀ ਫਸਲ ਜਾਪਦੀ ਹੈ, ਪਰ ਤੁਸੀਂ ਕਦੇ ਵੇਖਿਆ ਕਿ ਇਸ ਝੋਨੇ ਦੇ ਵਿੱਚੋਂ ਆਪਾਂ 25% ਵੀ ਪੰਜਾਬ ਦੇ ਲੋਕ ਨਹੀਂ ਵਰਤਦੇ। ਸਾਰਾ ਝੋਨਾ ਅਸੀਂ ਦੂਸਰੇ ਰਾਜਾਂ ਨੂੰ ਸਪਲਾਈ ਕਰਦੇ ਹਾਂ। ਜਿਹੜੇ ਚੌਲ ਅਸੀਂ ਖਾਣੇ ਹੀ ਨਹੀਂ, ਦੂਸਰੇ ਰਾਜਾਂ ਨੂੰ ਉਹ ਸਪਲਾਈ ਕਰਨ ਵਾਸਤੇ, ਨਾਲੇ ਅਸੀਂ ਬੁਰੇ ਬਣਦੇ ਹਾਂ। ਇਹ ਤਾਂ ਜੀ ਪਾਣੀ ਤੜਾ ਲਗਵਾਈ ਜਾ ਰਿਹਾ, ਨਾਲੇ ਸਾਨੂੰ ਪੂਰਾ ਭਾਅ ਨਹੀਂ ਮਿਲਦਾ, ਉਹਦੇ ਵਾਸਤੇ ਲੜਨਾ ਪੈਂਦਾ, ਨਾਲੇ ਅਸੀਂ ਸਾਰਾ ਕੁਝ ਕਰ ਕਰਾ ਕੇ ਤੇ ਫਿਰ ਉਹਦੀ ਕਦਰ ਕੋਈ ਨਹੀਂ ਤੇ ਮੁੜ ਕੇ ਅਸੀਂ ਤੰਗ ਹੁੰਦੇ ਹਾਂ, ਨਾਰਾਜ਼ ਹੁੰਦੇ ਹਾਂ, ਸਭ ਕੁਝ ਕਰਦੇ ਹਾਂ। ਇਸ ਕਰਕੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਇਸ ਝੋਨੇ ਵਾਲੇ ਚੱਕਰ 'ਚੋਂ ਬਾਹਰ ਨਿਕਲਣ। ਸਾਡਾ ਪਾਣੀ ਸਾਰਾ ਗਰਕ ਹੁੰਦਾ ਜਾ ਰਿਹਾ। ਖੈਰ ਜੋ ਵੀ ਹੋਵੇ, ਉਹ ਸਭ ਗੱਲਾਂ ਹੈਗੀਆਂ ਨੇ ਬਾਅਦ ਦੀਆਂ। ਪਹਿਲੀ ਗੱਲ ਇਹ ਆ
ਕਿ ਸਾਡੀ ਪੰਜਾਬ ਦੀ ਸਰਕਾਰ ਨੇ ਇਸ ਮਾਮਲੇ 'ਚ ਫੈਸਲਾ ਬਿਲਕੁਲ ਠੀਕ ਸੇਧ ਵਿੱਚ ਲਿਆ। ਅਜੇ ਭਾਵੇਂ ਅਥਾਰਟੀ ਦਾ, ਪਰ ਅਥਾਰਟੀ ਆਪਣੇ ਆਪ ਇਹੋ ਜਿਹਾ ਫੈਸਲਾ ਕਦੇ ਨਹੀਂ ਕਰਦੀ। ਅਥਾਰਟੀ ਥੋੜ੍ਹੀ ਬਹੁਤ ਤਾਂ ਸਰਕਾਰ ਨਾਲ ਸਿੱਧੀ ਨਹੀਂ ਟੇਢੀ ਸਹੀ ਕਿਸੇ ਨਾ ਕਿਸੇ ਪਾਸੇ ਤੋਂ ਕੋਈ ਪ੍ਰਭਾਵ ਹੋਇਆ ਹੋਵੇਗਾ। ਇਹ ਹੋ ਸਕਦਾ ਕਿ ਸਰਕਾਰ ਵਿਚਲੇ ਕੁਝ ਬੰਦਿਆਂ ਨਾਲ ਨਿੱਜੀ ਤੌਰ ਤੇ ਗੱਲ ਕੀਤੀ ਹੋਵੇ, ਇਹ ਹੋ ਸਕਦਾ ਕਿ ਸਰਕਾਰ ਵਿਚਲੇ ਕੁਝ ਬੰਦਿਆਂ ਨੇ ਆਪ ਜਾ ਕੇ ਪਹੁੰਚ ਕੀਤੀ ਹੋਵੇ। ਕੀ ਹੋਇਆ ਮੈਨੂੰ ਨਹੀਂ ਪਤਾ, ਪਰ ਮੈਨੂੰ ਇੱਕ ਗੱਲ ਦਾ ਪਤਾ ਕਿ ਜਿਹੜਾ ਫੈਸਲਾ ਕੀਤਾ ਗਿਆ, ਜੇ ਇਹ ਫੈਸਲਾ ਕੱਲ੍ਹ ਨੂੰ ਲਾਗੂ ਹੋ ਜਾਂਦਾ, ਇਹ ਪੰਜਾਬ ਦੇ ਭਲੇ 'ਚ ਆ, ਪੰਜਾਬ ਦੇ ਕਿਸਾਨਾਂ ਦੇ ਭਲੇ 'ਚ ਆ, ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਦੇ ਭਲੇ ਵਿੱਚ ਹੈ। ਇਹ ਫੈਸਲਾ ਬਹੁਤ ਪਹਿਲਾਂ ਤੋਂ ਹੋ ਜਾਣਾ ਚਾਹੀਦਾ ਸੀ ਕਿ ਇੰਡਸਟਰੀ ਜਿੰਨਾ ਪਾਣੀ ਵਰਤਦੀ ਪਈ ਹੈ, ਉਸ ਪਾਣੀ ਦੇ ਹਿਸਾਬ ਨਾਲ ਇੰਡਸਟਰੀ ਨੂੰ ਚਾਹੀਦਾ ਕਿ ਪੰਜਾਬ ਦੇ ਲੋਕਾਂ ਨੂੰ ਉਹਦੇ ਮੁਤਾਬਕ ਰਿਐਲਿਟੀ ਵੀ ਦੇ। ਲੋਕਾਂ ਨੂੰ ਸਿੱਧੀ ਤਾਂ ਮਿਲਣੀ ਨਹੀਂ, ਪੰਜਾਬ ਸਰਕਾਰ ਨੂੰ ਮਿਲੀ ਤੇ ਪੰਜਾਬ ਦੇ ਲੋਕਾਂ ਨੂੰ ਹੀ ਆ। ਇਹ ਫੈਸਲਾ ਲਾਗੂ ਹੋਣਾ ਚਾਹੀਦਾ ਜੀ। ਪੰਨ ਸਾਹਿਬ, ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਬਲਾਤਕਾਰ ਦੀ ਸਜ਼ਾ ਕੱਟ ਰਿਹਾ ਹੈ, ਕਤਲ ਕੇਸ ਚੱਲਦਾ ਪਿਆ ਹੈ, ਉਹਦੇ ਵਿੱਚ ਵੀ ਸਜ਼ਾ ਮਿਲੀ ਹੈ। ਹੁਣ ਜਿਸ ਦਿਨ ਦਾ ਯੂਪੀ ਵਿੱਚ ਹੈ, ਪਤਾ ਚੱਲਿਆ ਕਿ ਆਨਲਾਈਨ ਸਤਸੰਗ ਕੀਤੇ ਜਾ ਰਹੇ ਆ। ਪੰਜਾਬ ਦੇ ਵਿੱਚ ਵੀ ਅੱਜ ਇੱਕ ਸਤਸੰਗ ਸੀ, ਹਾਲਾਂਕਿ ਵਿਰੋਧ ਵੀ ਕੀਤਾ ਹੈ ਜਥੇਬੰਦੀਆਂ ਨੇ। ਦੂਸਰੇ ਪਾਸੇ ਇੱਕ ਤਾਂ ਸਤਸੰਗ ਦੀ ਗੱਲ ਹੋ ਗਈ, ਇੱਕ ਕਹਿ ਰਿਹਾ ਹੈ ਹੁਣ ਕਿ ਮੇਰਾ ਕੇਸ ਪੰਜਾਬ ਤੋਂ ਬਾਹਰ ਕੀਤਾ ਜਾਵੇ। ਇਹ ਗੱਲ ਬਾਰ-ਬਾਰ ਕਿਉਂ ਨਿਕਲ ਰਹੀ ਹੈ? ਦੇਖੋ, ਇਹਦੇ ਦੋ ਤਿੰਨ ਪੱਖ ਨੇ। ਇੱਕ ਤਾਂ ਇਹ ਕਿ ਉਹ ਆਨਲਾਈਨ ਸਮਾਗਮ ਆਪਣੇ ਕਰਦਾ ਤੇ ਕਿੰਨਾ ਕੁ ਰੋਕ ਸਕਦੇ ਜੀ, ਉਹਦੇ ਚੇਲੇ ਇਕੱਠੇ ਹੁੰਦੇ ਹੋਣਗੇ। ਉਹਦੇ ਵਿਰੋਧ ਹੈ ਉਹਦੇ ਸਮਾਗਮਾਂ ਦਾ ਸਿੱਧੇ ਤੌਰ ਤੇ ਜਿਨ੍ਹਾਂ ਕਰਨਾ ਕਰੀ ਜਾਣ। ਅੱਗੇ ਵੀ ਇੱਥੇ ਕਈਆਂ ਦਾ ਇੱਕ ਜਿਹਦਾ ਹੁੰਦਾ ਉਹ ਕਰ ਲੈਣ। ਉਹ ਜੇਲ੍ਹ ਤੋਂ ਬਾਹਰ ਆਇਆ ਬੰਦਾ, ਉਹਨੂੰ ਇਸ ਤਰ੍ਹਾਂ ਦੇ ਜਿਹੜੇ ਜਨਤਕ ਸਮਾਗਮ ਹੈ ਉਹ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਪਰ ਜਿਹੜੇ ਲੋਕ ਉਹਦੇ ਪੈਰੋਕਾਰ ਉਹਦੇ ਮਗਰ ਜਾਂਦੇ ਆ, ਉਹਨਾਂ ਨੂੰ ਕਦੇ ਤਾਂ ਇਹ ਸੋਚਣਾ ਚਾਹੀਦਾ ਕਿ ਬੰਦੇ ਦੇ ਉੱਤੇ 2 ਕਤਲ ਕੇਸ ਨੇ ਤੇ ਕਤਲ ਕੇਸਾਂ ਦੇ ਸਿਰਫ ਉਹਦੇ ਉੱਤੇ ਦੋਸ਼ ਨਹੀਂ ਗਏ, ਦੋਸ਼ ਤਾਂ ਕਿਸੇ ਦੇ ਉੱਤੇ ਵੀ ਲੱਗ ਜਾਂਦਾ ਜੀ। ਇੱਕ ਲਫ਼ਜ਼ ਹੁੰਦਾ ਮੁਲਜ਼ਮ ਦਾ ਮਤਲਬ ਦਾ ਵੀ ਇਹ ਬੰਦਾ ਜਿਹੜਾ ਇਹ ਮਤਲਬ ਇਹਦੇ ਤੇ ਦੋਸ਼ ਲੱਗਾ ਤੇ ਮੁਕੱਦਮਾ ਚੱਲਦਾ ਪਿਆ, ਸੁਣਵਾਈ ਚੱਲਦੀ ਪਈ ਹੈ। ਇੱਕ ਹੁੰਦਾ ਮੁਜਰਮ, ਜਿਹਦਾ ਦੋਸ਼ ਸਾਬਤ ਹੋ ਜਾਵੇ ਉਹ ਫਿਰ ਮੁਜਰਮ ਹੁੰਦਾ। ਇਹ ਬਾਬਾ ਮੁਲਜ਼ਮ ਨਹੀਂਗਾ, ਇਹ ਮੁਜਰਮ ਹੈ। ਮੁਜਰਮ ਦਾ ਮਤਲਬ ਇਹ ਹੈ ਕਿ ਇਹਦੇ ਖਿਲਾਫ ਜਿਹੜੇ ਦੋਸ਼ ਲੱਗੇ ਸੀ 2 ਲੜਕੀਆਂ ਨਾਲ, ਲੜਕੀਆਂ ਵੀ ਸਾਧਵੀਆਂ ਉਹਦੇ ਆਪਣੇ ਡੇਰੇ ਦੀਆਂ, ਜਿਨ੍ਹਾਂ ਨੂੰ ਉਹਨਾਂ ਦੇ ਮਾਪਿਆਂ ਨੇ ਭਰੋਸਾ ਕਰਕੇ ਇਹਦੇ ਉੱਤੇ ਤੇ ਸਾਧ ਦੇ ਵਾੜੇ 'ਚ ਛੱਡਿਆ ਸੀ, ਉਹ ਵਿਚਾਰੀਆਂ ਨਾਲ ਜੋ ਕੁਝ ਹੋਇਆ। ਔਰ ਬਾਅਦ ਵਿੱਚ ਜਦੋਂ ਇਹ ਫੜਿਆ ਗਿਆ ਤੇ ਜਿਹੜੀ ਪੁੱਛਗਿੱਛ ਹੋਈ ਉਹਦੇ ਵਿੱਚ ਜਾ ਕੇ ਪਤਾ ਲੱਗਾ ਕਿ ਜਿਹੜੇ ਆਲੀਸ਼ਾਨ ਮਹਿਲ ਵਿੱਚ ਰਹਿੰਦਾ ਸੀ ਉਹਦੇ ਵਿੱਚੋਂ ਇੱਕ ਸੁਰੰਗ ਉਹਨਾਂ ਸਾਧਵੀਆਂ ਦੇ ਡੇਰੇ 'ਚ ਜਾਂਦੀ ਸੀ, ਜਿਹਦੇ ਵਿੱਚ ਕੋਈ ਰੋਸ਼ਨਦਾਨ ਤੱਕ ਨਹੀਂ ਸੀ, ਖਿੜਕੀ ਤੱਕ ਨਹੀਂ ਸੀ। ਉਹਦੇ ਵਿੱਚ ਦੀ ਇਕੱਲਾ ਹੀ ਜਾ ਸਕਦਾ ਸੀ, ਹੋਰ ਕੋਈ ਉੱਧਰ ਦੀ ਜਾ ਨਹੀਂ ਸਕਦਾ ਤੇ ਮਰਜ਼ੀ ਨਾਲ ਜਿਹਦੇ ਕੋਲ ਮਰਜ਼ੀ ਚੱਲ ਜਾਂਦਾ ਸੀ। ਹੁਣ ਜਿਨ੍ਹਾਂ ਨੇ ਮਾਂ-ਬਾਪ ਨੇ ਭਰੋਸਾ ਕਰਕੇ 2 ਲੜਕੀਆਂ ਦੇ ਕੋਲ ਛੱਡੀਆਂ ਸੀ, ਉਹਨਾਂ ਲੜਕੀਆਂ ਦੇ ਕੋਲ ਉਹਨਾਂ ਦੇ ਨਾਲ ਜੋ ਹੋਇਆ ਉਹ ਸਾਰਾ ਕੁਝ ਅਦਾਲਤ ਤੋਂ ਜਾ ਕੇ ਸਾਬਤ ਹੋ ਚੁੱਕਾ। ਸਜ਼ਾ ਉਹਦੇ ਤੋਂ ਵੀ ਹੋਵੇ। ਜਿਹੜਾ ਬੰਦਾ ਇਹੋ ਜਿਹੀਆਂ ਸਜ਼ਾਵਾਂ ਭੁਗਤਦਾ ਪਿਆ, ਅੱਗੇ ਲੋਕੀ ਮਜ਼ਾਕ ਕਰਦੇ ਆ ਕਿ ਭਾਰਤ ਵਿਸ਼ਵ ਗੁਰੂ ਬਣਨ ਨੂੰ ਫਿਰਦਾ, ਤੇ ਭਾਰਤ ਦੇ ਆਪਣੇ ਜਿਹੜੇ ਇਸ ਵੇਲੇ ਦੇ ਅੱਜ ਦੇ ਯੁੱਗ ਦੇ ਗੁਰੂ ਬਣਾਏ ਬੈਠੇ ਨੇ, ਜਿਨ੍ਹਾਂ ਦੇ ਚਰਨਾਂ ਤੇ ਵੱਡੇ ਵੱਡੇ ਲੀਡਰ ਤੇ ਮੰਤਰੀ ਸਿਰ ਰੱਖ ਕੇ ਮੱਥਾ ਟੇਕਦੇ ਨੇ। ਉਹਨਾਂ 'ਚੋਂ ਆਸਾਰਾਮ ਉਹ ਇਦਾਂ ਦੇ ਕੰਮਾਂ 'ਚ ਜੇਲ੍ਹ ਚਲਾ ਗਿਆ, ਰਾਮ ਰਹੀਮ ਇਦਾਂ ਦੇ ਕੰਮਾਂ 'ਚ ਜੇਲ੍ਹ ਚਲਾ ਗਿਆ। ਇਹ ਸਾਰੇ ਇਦਾਂ ਦੇ ਕੰਮਾਂ 'ਚ ਵਾਰੀ-ਵਾਰੀ ਜੇਲ੍ਹ ਤੁਰੇ ਜਾਂਦੇ ਨੇ ਤੇ ਵਿਸ਼ਵ ਗੁਰੂ ਤੇ ਫਿਰ ਭਾਰਤ ਜੇਲ੍ਹਾਂ 'ਚ ਬਣਨਾ ਵਾ। ਇਹ ਗੱਲ ਗਲਤ ਹੋ ਰਹੀ ਹੈ। ਇਹਦੇ 'ਚ ਥੋੜ੍ਹਾ ਬਹੁਤ ਭਾਜਪਾ ਨੂੰ, ਕੇਂਦਰ ਸਰਕਾਰ ਨੂੰ ਵੀ ਤੇ ਹਰਿਆਣੇ ਦੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਦੋਂ ਤੁਸੀਂ ਇੱਕ ਕਾਤਲ ਨੂੰ, ਇੱਕ ਬਲਾਤਕਾਰੀ ਨੂੰ ਵਡਿਆ ਕੇ ਇੰਨਾ ਉਭਾਰ ਭਰ ਕੇ ਪੇਸ਼ ਕਰਦੇ ਆ, ਜਨਤਕ ਸਮਾਗਮਾਂ ਦੀ ਖੁੱਲ੍ਹ ਦਿੰਦੇ ਆ, ਤੇ ਤੁਹਾਡੇ ਬਾਰੇ ਲੋਕਾਂ 'ਚ ਸੰਦੇਸ਼ ਕੀ ਜਾਊ। 1980 'ਚ ਜਦੋਂ ਇਹ ਪਾਰਟੀ ਬਣਾਈ ਗਈ, ਪੁਰਾਣੀ ਜਨਸੰਘ ਤੇ ਇਹਨਾਂ ਨੇ 1977 'ਚ ਤੋੜ ਦਿੱਤੀ, ਜਨਤਾ ਪਾਰਟੀ ਸ਼ਾਮਲ ਹੋ ਗਈ ਸੀ। ਜਦੋਂ 1980 'ਚ ਦੁਬਾਰਾ ਬਣਾਈ ਗਈ ਤੇ ਇਹਨਾਂ ਨੇ ਆਖਿਆ ਸੀ ਸਾਡਾ ਚਾਲ, ਚਰਿੱਤਰ ਤੇ ਚਿਹਰਾ ਤਿੰਨੇ ਬਾਕੀਆਂ ਤੋਂ ਵੱਖਰੇ ਹੋਣਗੇ, ਪਾਰਟੀ ਵਿਦ ਏ ਡਿਫਰੈਂਸ, ਯਾਨੀ ਇਹ ਪਾਰਟੀ ਵੱਖਰੀ ਨਿਆਰੀ ਹੋਊਗੀ। ਜੇ ਵੱਖਰੀ ਨਿਆਰੀ ਪਾਰਟੀ ਸੀ ਤੇ ਵੱਖਰੀ ਨਿਆਰੀ ਬਣ ਕੇ ਵਿਖਾਵੇ। ਆਹ ਵੱਖਰਾ ਨਿਆਰਾਪਣ ਥੋੜ੍ਹਾ ਕਿ ਤੁਸੀਂ ਇੱਕ ਰੇਪਿਸਟ ਨੂੰ ਤੇ ਕਾਤਲ ਨੂੰ ਇਸ ਤਰ੍ਹਾਂ ਚੁੱਕਦੇ ਪਏ। ਦੂਸਰਾ ਸਵਾਲ ਇਹ ਖੜਾ ਹੁੰਦਾ ਕਿ ਇਹਨੇ ਅਦਾਲਤ ਵਿੱਚ ਅਰਜੀ ਦਿੱਤੀ ਹੈ ਜੀ ਮੈਨੂੰ ਪੰਜਾਬ ਵਿੱਚ ਮਾਹੌਲ ਮੇਰੇ ਪੱਖ ਦਾ ਨਹੀਂ, ਮੇਰੇ ਖਿਲਾਫ ਹੈ ਸਾਰਾ, ਤੇ ਮੇਰੇ ਕੇਸ ਪੰਜਾਬ ਤੋਂ ਟਰਾਂਸਫਰ ਕਰਕੇ ਤੇ ਬਾਹਰਲੇ ਰਾਜਾਂ 'ਚ ਭੇਜ ਦਿੱਤੇ ਜਾਣ। ਉਹ ਇਸ ਕਰਕੇ ਕਹਿੰਦਾ ਕਿ ਅੱਗੇ ਵੀ 2-3 ਇਸ ਤਰ੍ਹਾਂ ਦੇ ਸਾਧਾਂ ਨੇ ਜਿਹੜੇ ਪੁੱਠੇ ਸਿੱਧੇ ਕੰਮ ਕੀਤੇ ਸੀ, ਜਦੋਂ ਉਹਨਾਂ ਤੇ ਕੇਸ ਬਣੇ ਤੇ ਉਹਨਾਂ ਨੇ ਅਰਜ਼ੀਆਂ ਦੇ ਕੇ ਅਦਾਲਤਾਂ ਵਿੱਚ ਆਪਣੇ ਕੇਸ ਬਾਹਰ ਟਰਾਂਸਫਰ ਕਰਾ ਲਏ ਸੀ। ਅਦਾਲਤ ਕੋਲ ਹੱਕ ਹੈ ਕਿਸੇ ਦਾ ਕੇਸ ਵੀ ਟਰਾਂਸਫਰ ਕਰ ਸਕਦੀ ਹੈ, ਪਰ ਸਵਾਲ ਇਹ ਹੈ ਕਿ ਜਿੱਥੇ ਮਰਜ਼ੀ ਕਰੇ, ਜੇ ਕੱਲ੍ਹ ਨੂੰ ਅਦਾਲਤ ਇਹੋ ਜਿਹੀ ਖੁੱਲ੍ਹ ਵੀ ਦੇ ਦਿੰਦੀ ਹੈ, ਕੀ ਭਾਰਤ ਸਰਕਾਰ, ਕੀ ਪੰਜਾਬ ਸਰਕਾਰ, ਕੀ ਹਰਿਆਣਾ ਸਰਕਾਰ ਇਹੋ ਜਿਹੀ ਖੁੱਲ੍ਹ ਨੂੰ ਮੰਨੇਗੀ ਜਾਂ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਪੂਰੀ ਕਰੇਗੀ। ਅੱਗੇ 1-2 ਕੇਸਾਂ ਦੇ ਵਿੱਚ ਇਹੋ ਜਿਹੀਆਂ ਢਿੱਲਾਂ ਵੀ ਮਿਲੀਆਂ, ਪਰ ਭਨਿਆਰੇ ਵਾਲੇ ਦੇ ਸਵਾਲ ਦੇ ਉੱਤੇ ਢਿੱਲ ਨਹੀਂ ਸੀ ਮਿਲੀ। ਪਿਆਰਾ ਸਿੰਘ ਭਨਿਆਰਾ ਵਾਲਾ ਜਿਹੜਾ ਉਹ ਉੱਥੇ ਬਾਹਰ ਜਾ ਕੇ ਵੀ ਫਸ ਗਿਆ ਸੀ। ਅੱਜ ਜਿਹੜੇ ਅੱਗੇ ਇੱਥੋਂ 2-3 ਕੇਸ ਹੋਰ ਹੋਏ ਨੇ, ਜੰਮੂ ਕਸ਼ਮੀਰ ਦਾ ਵੀ ਇੱਕ ਕੇਸ ਉੱਥੋਂ ਕਠੂਏ ਤੋਂ ਚੁੱਕ ਕੇ ਤੇ ਪੰਜਾਬ ਦੇ ਪਠਾਨਕੋਟ 'ਚ ਲਿਆਂਦਾ ਗਿਆ ਸੀ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਹੋ ਗਈਆਂ ਸੀ। ਹੁਣ ਇਹ ਅਸਲ ਵਿੱਚ ਰਾਮ ਰਹੀਮ ਦੀ ਕੋਸ਼ਿਸ਼ ਇਹ ਹੈ ਕਿ ਜੇ ਮੈਂ ਪੰਜਾਬ ਵਿੱਚ ਰਿਹਾ ਤੇ ਪੰਜਾਬ ਵਿੱਚ ਮਾਹੌਲ ਇੱਦਾਂ ਦਾ
ਉਹ ਤਾਂ ਕਹਿੰਦਾ ਨਾ ਕਿ ਮੇਰੇ ਖਿਲਾਫ ਹੈ। ਅਸਲ 'ਚ ਉਹਨੂੰ ਕਹਿਣਾ ਚਾਹੀਦਾ ਕਿ ਖਿਲਾਫ ਨਹੀਂ, ਉਹ ਕਹੇ ਕਿ ਮੇਰੇ ਪੱਖ ਦਾ ਨਹੀਂ, ਕਿਉਂਕਿ ਖਿਲਾਫ ਹੋਰ ਚੀਜ਼ ਹੁੰਦੀ ਆ, ਪੱਖ ਦਾ ਨਾ ਹੋਰ ਗੱਲ ਹੁੰਦੀ ਹੈ। ਇਹ ਵੀ ਹੋ ਸਕਦਾ ਕਿ ਨਾ ਉਹਦੇ ਪੱਖ ਦਾ ਤੇ ਨਾ ਖਿਲਾਫ, ਬਿਲਕੁਲ ਨਿਊਟਰਲ ਮਾਹੌਲ ਹੋਵੇ, ਨਿਰਪੱਖ ਹੋਵੇ। ਉਹ ਨਿਰਪੱਖ ਬਣਨ ਨੂੰ ਤਿਆਰ ਨਹੀਂ, ਉਹ ਕਹਿੰਦਾ ਮੇਰੇ ਖਿਲਾਫ ਹੈ। ਨਿਰਪੱਖ ਹੋਵੇ ਜਾਂ ਉਹਦੇ ਪੱਖ ਦਾ ਹੋਵੇ ਤੇ ਫਿਰ ਦਬਾ ਕੇ ਗਵਾਹ ਨੂੰ ਤੇ ਬੜੇ ਆਰਾਮ ਨਾਲ ਛੁੱਟ ਜਾਵੇ। ਹੁਣ ਕਿਉਂਕਿ ਮਾਹੌਲ ਉਹਦੇ ਪੱਖ ਦਾ ਨਹੀਂ, ਇਸ ਕਰਕੇ ਉਹਨੂੰ ਜਾਪਦਾ ਕਿ ਮੈਨੂੰ ਇੱਥੇ ਸਜ਼ਾ ਹੋ ਸਕਦੀ ਹੈ। ਪਰ ਜਦੋਂ ਹਰਿਆਣੇ ਦੇ ਵਿੱਚ ਕੇਸ ਚੱਲਦਾ ਸੀ, ਹਰਿਆਣਾ ਤਾਂ ਪੰਜਾਬ ਵਿੱਚ ਨਹੀਂ ਗਾ, ਹਰਿਆਣੇ ਦੇ ਵਿੱਚ CBI ਕੋਰਟ ਜਿਹੜੀ ਪੰਚਕੂਲੇ ਵਾਲੀ ਨੇ ਉਹਨੂੰ ਸਜ਼ਾ ਦਿੱਤੀ ਹੈ, ਉਸ ਕੋਰਟ ਨੂੰ ਡਰਾਉਣ ਵਾਸਤੇ ਇਹਨਾਂ ਨੇ 2 ਲੱਖ ਲੋਕ ਉੱਥੇ ਇਕੱਠੇ ਕਰ ਲਏ ਸੀ। ਔਰ ਜਿੱਦਣ ਇਹਨੂੰ ਹੱਥਕੜੀ ਲੱਗੀ ਤੇ ਸਾਧ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਭੇਜਿਆ ਗਿਆ। ਹਨੀਪ੍ਰੀਤ ਨਾਲ ਚੜ੍ਹ ਕੇ ਗਈ ਹੈਲੀਕਾਪਟਰ ਦੇ ਉੱਤੇ ਇਹਨੂੰ ਛੱਡਣ ਵਾਸਤੇ, ਵੀ ਮੈਂ ਟਿਕਾਣੇ ਪਹੁੰਚਾ ਹੀ ਆਵਾਂ, ਕਿਤੇ ਰਾਹ 'ਚ ਉਹ ਡਰ ਨਾ ਮਰ ਜਾਂਦਾ ਹੋਵੇ। ਬਾਅਦ ਵਿੱਚ ਉਹ ਹੈਲੀਕਾਪਟਰ 'ਚ ਵੀ ਚਾਕਲੇਟ ਖਾਂਦੀ ਜਾਂਦੀ ਸੀ। ਉਹ ਜਦੋਂ ਉਹ ਸਾਰਾ ਕੁਝ ਹੋਇਆ ਸੀ ਔਰ ਇੱਕੋ ਰਾਤ ਦੇ ਵਿੱਚ 42 ਬੰਦੇ ਮਰ ਗਏ ਸਨ, ਕੀ ਰਾਮ ਰਹੀਮ ਹੁਣ ਆਪਣੇ ਵਾਸਤੇ ਇਹੋ ਜਿਹਾ ਮਾਹੌਲ ਚਾਹੁੰਦਾ ਜਿੱਥੇ ਉਹਦੀ ਚੜ੍ਹਤ ਹੋਵੇ ਤੇ ਸਰਕਾਰ ਉਹਨੂੰ ਫੜਨ ਦੇ ਬਜਾਏ ਜਾਂ ਰੋਕਣ ਦੇ ਬਜਾਏ ਤਰਲੇ ਕੱਢੇ ਬਾਬਾ ਜੀ ਤੇ ਨਾਲ ਮੰਤਰੀ ਉਹਦੇ ਪੈਰਾਂ ਦੇ ਉੱਤੇ ਆ ਕੇ ਸਿਰ ਰੱਖ ਕੇ ਮੱਥੇ ਟੇਕਣ? ਉਹ ਜੇ ਇਦਾਂ ਦਾ ਮਾਹੌਲ ਚਾਹੁੰਦਾ ਤੇ ਬਿਲਕੁਲ ਨਹੀਂ ਬਣ ਦੇਣਾ ਚਾਹੀਦਾ। ਦੋਸ਼ੀ ਨੂੰ ਉਹਦੇ ਦੋਸ਼ਾਂ ਦੀ ਸਜ਼ਾ ਭੁਗਤਣ ਦੇਣੀ ਚਾਹੀਦੀ ਹੈ। ਕਿਸੇ ਸਰਕਾਰ ਨੂੰ, ਕਿਸੇ ਸਿਆਸੀ ਧਿਰ ਨੂੰ ਉਹਦੇ ਵਾਸਤੇ ਢਾਲ ਨਹੀਂ ਬਣਨਾ ਚਾਹੀਦਾ। ਬਿਲਕੁਲ ਪੰਮ ਸਾਹਿਬ, ਚਾਹੀਦਾ ਤਾਂ ਇਹੀ ਹੈ, ਪਰ ਇੱਥੇ ਕੁਝ ਕੁ ਸਿਆਸਤਦਾਨ ਇਦਾਂ ਦੇ ਨੇ ਜਿਨ੍ਹਾਂ ਦੇ ਕਰੀਬੀ ਜਾ ਕੇ ਮੱਥੇ ਟੇਕਦੇ ਪਏ ਤੇ ਆਨਲਾਈਨ ਸਤਸੰਗ ਵਿੱਚ ਕਹਿੰਦੇ ਬਾਬਾ ਜੀ ਸਾਨੂੰ ਕੋਈ ਨਹੀਂ। ਹੁਣ ਹਾਈ ਕੋਰਟ ਨੇ ਵੇਖੋ ਸਰਕਾਰ ਨੂੰ ਨੋਟਿਸ ਜਾਰੀ ਕਰਤਾ, ਉਹਨਾਂ ਨੇ ਆਖਿਆ 24 ਫਰਵਰੀ ਤੱਕ ਜਵਾਬ ਦਿਓ ਵੀ ਇਹਦਾ ਕੇਸ ਪੰਜਾਬ 'ਚ ਰਹਿਣਾ ਕਿ ਬਾਹਰ ਜਾਣਾ। ਇਹਦੇ 'ਚ ਵੀ ਪਤਾ ਲੱਗ ਜਾਊਗਾ ਕਿ ਪੰਜਾਬ ਦੀ ਸਰਕਾਰ ਕੀ ਕਰਦੀ, ਹਰਿਆਣੇ ਦੀ ਕੀ ਕਰਦੀ, ਕੌਣ ਕੀ ਕਰਦਾ, ਕਿਹੜੀ ਸਰਕਾਰ ਨੂੰ ਨੋਟਿਸ ਦਿੱਤਾ। ਇਹ ਅਜੇ ਨਹੀਂ ਆਇਆ, ਇੰਨਾ ਆਇਆ ਕਿ ਸਰਕਾਰ ਨੂੰ ਨੋਟਿਸ ਜਾਰੀ ਕਰਤਾ, 24 ਫਰਵਰੀ ਤੱਕ ਆਖਿਆ ਇਹਦਾ ਜਵਾਬ ਦਿਓ। ਪਰ ਸਰ, ਜਲੰਧਰ ਇੰਪਰੂਵਮੈਂਟ ਟਰਸਟ ਬਾਬਾ ਚਰਚਾ ਦੇ ਵਿੱਚ ਪਹਿਲਾਂ ਵੀ ਰਿਹਾ ਤੇ ਹੁਣ ਇੱਕ ਚਰਚਾ ਹੋਰ ਚੱਲਦੀ ਪਈ ਹੈ। ਇੱਕ ਅਫਸਰ ਭਗੌੜਾ ਸੀਗਾ ਤੇ ਹੁਣ ਗ੍ਰਿਫਤਾਰ ਕਰ ਲਿਆ ਗਿਆ। ਕੋਈ ਭ੍ਰਿਸ਼ਟਾਚਾਰ ਕੀਤਾ ਸੀ ਜਾਂ ਕੋਈ ਹੋਰ ਮਾਮਲਾ ਜੀ? ਨਵਜੀਤ ਜੀ, ਮੈਂ ਪਿਛਲੇ 20 ਸਾਲਾਂ ਤੋਂ ਵੇਖਦਾ ਪਿਆ, ਇੱਥੇ ਜਿਹੜਾ ਵੀ ਇੰਪਰੂਵਮੈਂਟ ਟਰਸਟ ਦਾ EO ਤੇ ਚੇਅਰਮੈਨ ਆ ਕੇ ਲੱਗਦੇ ਰਿਹਾ ਜੀ, ਉਹਨਾਂ ਸਾਰਿਆਂ ਦੀਆਂ ਮੁੜ ਕੇ ਰੋਜ਼ ਅਦਾਲਤ ਵਿੱਚ ਪੇਸ਼ੀਆਂ, ਕਦੇ ਸੰਮਨ ਜਾਰੀ ਹੋ ਗਏ, ਕਦੇ ਵਾਰੰਟ ਜਾਰੀ ਹੋ ਗਏ, ਇਹੋ ਹੀ ਰਿਹਾ। ਉਹਨਾਂ 'ਚੋਂ ਕਦੇ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਔਰ ਸਾਡਾ ਪ੍ਰੈਸ ਵੀ ਬਹੁਤਾ ਰੌਲਾ ਨਹੀਂ ਸੀ ਪਾਉਂਦਾ। ਆ ਨਵੀਂ ਸਰਕਾਰ ਆਈ ਤੋਂ ਪ੍ਰੈਸ ਨੇ ਜ਼ਿਆਦਾ ਰੌਲਾ ਪਾਉਣਾ ਸ਼ੁਰੂ ਕਰਤਾ। ਠੀਕ ਹੈ, ਇਹਨਾਂ ਦੀ ਮਰਜ਼ੀ, ਉਹਨਾਂ ਦੀ ਆਪਣੀ ਮਰਜ਼ੀ, ਉਦੋਂ ਰੋਕ ਲੈਂਦੇ ਸੀ, ਉਹਨਾਂ ਦੀ ਹਿੰਮਤ ਸੀ ਜੀ। ਆ ਜਿਹੜਾ ਕੇਸ ਹੁਣ ਹੋਇਆ, ਜਲੰਧਰ ਇੰਪਰੂਵਮੈਂਟ ਟਰਸਟ ਦੀ ਕਲੋਨੀ ਸੂਰਿਆ ਐਨਕਲੇਵ ਆ, ਉਹਦੇ ਵਿੱਚ ਐਕਸਟੈਂਸ਼ਨ ਕੀਤੀ ਸੀ। ਉਸ ਐਕਸਟੈਂਸ਼ਨ ਦੇ ਪਲਾਟਾਂ 'ਚ ਹੇਰਾਫੇਰੀ ਹੋਈ, ਕਿਸੇ ਦਾ ਪਲਾਟ ਕਿਸੇ ਹੋਰ ਦੇ ਨਾਂ ਚੜ੍ਹਤਾ, ਕਿਸੇ ਦਾ ਪਲਾਟ ਕਿਸੇ ਪਾਸੋਂ ਇੱਧਰੋਂ ਕੱਢ ਕੇ ਉੱਧਰ ਪੜਤਾ। ਉਹ ਜਿਹੜੀਆਂ ਹੇਰਾਫੇਰੀਆਂ ਹੋਈਆਂ ਸਨ, ਉਹਦੇ ਬਾਰੇ ਫਿਰ ਜਦੋਂ ਸਾਰੇ ਸਬੂਤ ਸਾਹਮਣੇ ਆ ਗਏ ਤੇ ਉਹਦੇ 'ਚ 10-12 ਜਣਿਆਂ ਤੇ ਪਰਚਾ ਹੋਇਆ ਸੀ 2013 'ਚ ਜੀ। ਹੁਣ 10 ਸਾਲ ਹੋ ਗਏ। ਇਹਨਾਂ 10 ਸਾਲਾਂ 'ਚੋਂ ਆ 11 ਮਹੀਨੇ 10 ਮਹੀਨੇ ਤਾਂ ਹੋ ਗਏ ਭਗਵੰਤ ਮਾਨ ਦੀ ਸਰਕਾਰ ਦੇ, ਯਾਨੀ ਅਜੇ 1 ਸਾਲ ਵੀ ਪੂਰਾ ਨਹੀਂ ਹੋਇਆ। ਜਿਹੜੇ ਪਹਿਲੇ 9 ਸਾਲ ਸੀ ਉਹਨਾਂ 'ਚੋਂ 4 ਸਾਲ ਅਕਾਲੀ ਭਾਜਪਾ ਦੇ ਸੀ, 5 ਸਾਲ ਕਾਂਗਰਸੀਆਂ ਦੇ ਸੀ। ਇਹਨਾਂ ਨੇ 9 ਸਾਲਾਂ ਵਿੱਚ ਉਹ ਫਰਾਡੀਆ ਬੰਦਾ ਹੁਣ ਤੱਕ ਫੜਿਆ ਕਿਉਂ ਨਾ? ਉਹ ਬੰਦਾ ਹੁਣ ਤੱਕ ਭਗੌੜਾ ਕਿੱਦਾਂ ਹੋਇਆ ਰਿਹਾ? ਹੁਣ ਨਵੀਂ ਸਰਕਾਰ ਆਈ ਤੇ ਉਹ ਕਾਬੂ ਕਿੱਦਾਂ ਆ ਗਿਆ? ਇਹਦਾ ਮਤਲਬ ਇਹ ਹੈ ਕਿ ਅਸਲ ਵਿੱਚ ਇਹੋ ਜਿਹੇ ਲੋਕ ਜਿਨ੍ਹਾਂ ਨੇ ਹੇਰਾਫੇਰੀ ਕਰਕੇ ਕਰੋੜਾਂ ਕਮਾਏ ਹੁੰਦੇ ਆ, ਉਹ ਇਹਦੇ 'ਚੋਂ ਸਿਆਸੀ ਪਾਰਟੀਆਂ ਵਾਸਤੇ ਹਿੱਸਾ ਕੱਢਦੇ ਰਹਿੰਦੇ ਆ। ਰਲ ਮਿਲ ਕੇ ਖਾਣ ਪੀਣ ਚੱਲਦਾ ਔਰ ਉਹਨੂੰ ਬਚਾਉਂਦੇ ਰਹਿੰਦੇ ਆ। ਬਚਾਉਂਦਿਆਂ ਕਰਦਿਆਂ 10 ਸਾਲ ਕਢਾਤੇ ਆ। ਪਰ ਹੁਣ ਵਾਲੀ ਸਰਕਾਰ ਦਾ ਜਦੋਂ ਦਬਾਅ ਪਿਆ ਤੇ ਉਸ ਬੰਦੇ ਨੂੰ ਭੱਜਣ ਵਾਸਤੇ ਰਾਹ ਨਹੀਂ ਮਿਲਿਆ। ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਉਹਦੇ ਤੋਂ ਅੱਗੇ ਕਾਰਵਾਈ ਚੱਲੀ ਹੋਗੀ। ਪਰ ਇਹ ਮੈਂ ਦੱਸ ਦਿਆਂ ਕਿ ਪਿਛਲੇ 10 ਨਹੀਂ, 15 ਨਹੀਂ, 20 ਨਹੀਂ, ਬਲਕਿ ਇਹ ਆ ਕਿ 1992-93 ਤੋਂ ਲੈ ਕੇ ਜਦੋਂ ਬੇਅੰਤ ਸਿੰਘ ਵਾਲੀ ਸਰਕਾਰ ਬਣੀ ਸੀ, ਉਦੋਂ ਤੋਂ ਲੈ ਕੇ ਇਹਨਾਂ 31 ਸਾਲਾਂ ਦੇ ਵਿੱਚ ਪੰਜਾਬ ਵਿੱਚ ਇਹਨਾਂ ਇੰਪਰੂਵਮੈਂਟ ਟਰਸਟਾਂ, ਮਿਊਨਿਸਪਲ ਕਮੇਟੀਆਂ, ਮਿਊਨਿਸਪਲ ਕਾਰਪੋਰੇਸ਼ਨਾਂ 'ਚ ਇੰਨੇ ਵੱਡੇ ਕਾਲੇ ਮਾੜੇ ਹੋਏ ਆ ਜਿਹੜੇ ਗਿਣੇ ਨਹੀਂ ਜਾਂਦੇ। ਕੋਈ ਕਾਰਪੋਰੇਸ਼ਨ, ਕੋਈ ਕਮੇਟੀ ਇਹੋ ਜਿਹੀ ਇੱਕ ਵੀ ਹੈ ਨਹੀਂ ਜਿਹਦੇ ਵਿੱਚ ਕੋਈ ਗੜਬੜ ਨਾ ਹੋਈ ਹੋਵੇ। ਜਿਹੜੇ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ ਬਣਦੇ ਰਹੇ, ਉਹ ਆਉਂਦਿਆਂ ਹੀ ਪਹਿਲਾ ਕੰਮ ਇਹ ਕਰਦੇ ਸੀ ਕਿ ਸ਼ਾਮ ਲਾਟਾਂ ਕਿਹੜੀਆਂ ਨੇ, ਮੁਸ਼ਤਰਕਾ ਖਾਤੇ ਕਿਹੜੇ ਆ। ਖਾਸ ਤੌਰ ਤੇ ਨਜ਼ਰ ਉਹਨਾਂ ਥਾਵਾਂ ਤੇ ਜਾਂਦੀ ਹੁੰਦੀ ਸੀ ਜਿਹੜੇ ਪਹਿਲਾਂ ਪਿੰਡ ਸਨ ਤੇ ਸ਼ਹਿਰਾਂ 'ਚ ਆ ਗਏ। ਉਹ ਜਦੋਂ ਪਿੰਡ ਸਨ, ਸ਼ਹਿਰਾਂ 'ਚ ਆ ਗਏ ਤੇ ਸ਼ਹਿਰਾਂ 'ਚ ਆਉਂਦੇ ਸਾਰੀ ਉਹਨਾਂ ਦੀਆਂ ਜਿਹੜੇ ਪਿੰਡਾਂ ਦੀਆਂ ਸ਼ਾਮਲਾਟਾਂ ਸੀ, ਜਿਹੜੀਆਂ ਮੁਸ਼ਤਰਕਾ ਖਾਤੇ ਦੀਆਂ ਜ਼ਮੀਨਾਂ ਸੀ, ਉਹ ਸਾਰੀਆਂ ਸ਼ਹਿਰ ਦੇ ਵਿੱਚ ਆ ਗਈਆਂ। ਸ਼ਹਿਰ ਦੀ ਮਿਊਨਿਸਪਲ ਕਮੇਟੀ ਕੋਲ ਅਧਿਕਾਰ ਆ ਗਿਆ ਕਿ ਜਿੱਦਾਂ ਮਰਜ਼ੀ ਵਰਤ ਲਓ। ਉਹਨਾਂ ਨੇ ਉਦੋਂ ਫਿਰ ਇੰਪਰੂਵਮੈਂਟ ਟਰਸਟ ਵਾਲਿਆਂ ਨੇ ਹਰ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਜ਼ਮੀਨਾਂ ਕਬਜ਼ੇ 'ਚ ਲੈਣੀਆਂ ਸ਼ੁਰੂ ਕਰਤੀਆਂ। ਇੱਕ ਵਾਰੀ ਕਬਜ਼ੇ 'ਚ ਆ ਜਾਣ ਤੇ ਸਿਆਸੀ ਬੰਦੇ ਤਾਂ ਸਿਆਸੀ ਬੰਦੇ ਹੁੰਦੇ ਆ, ਇਹ ਤਾਂ ਕੁਰਸੀ 'ਤੇ ਬਹਿ ਜਾਣ ਤੇ ਵਜ਼ੀਰੀ ਛੱਡਣ ਨੂੰ ਤਿਆਰ ਨਹੀਂ ਹੁੰਦੇ। ਜਿਹੜੀਆਂ ਜ਼ਮੀਨਾਂ ਦੇ ਉੱਤੇ ਇਹਨਾਂ ਦਾ ਜੱਫਾ ਪੈ ਗਿਆ, ਮੁੜ ਕੇ ਇਹਨਾਂ ਨੇ ਛੱਡਣੀਆਂ ਕਿਉਂ ਸੀ? ਉਹ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਇਹਨਾਂ ਨੇ ਮਨਮਰਜ਼ੀ ਨਾਲ ਕਾਨੂੰਨ ਬਣਾ ਕੇ, ਕਾਨੂੰਨ ਭੰਨ ਤੋੜ ਕਰਕੇ, ਹੇਰਾਫੇਰੀਆਂ ਕਰਕੇ ਇੱਧਰੋਂ ਉੱਧਰੋਂ ਬਹੁਤ ਕੁਝ। ਇਹਨਾਂ ਨੂੰ ਛੱਡ ਦਿਓ। ਸਾਡੇ ਕੋਲ ਤਾਂ ਇਹੋ ਜਿਹੀਆਂ ਰਿਪੋਰਟਾਂ ਵੀ ਆ ਇੰਪਰੂਵਮੈਂਟ ਟਰਸਟਾਂ 'ਚ ਪੰਜਾਬ 'ਚ ਜਿਹੜੇ ਟਰਸਟ ਦੀ ਜਲੰਧਰ ਦੀ ਗੱਲ ਚੱਲਦੀ ਪਈ, ਉਹਦੀ ਗੱਲ ਮੈਂ ਨਹੀਂ ਕਰ ਰਿਹਾ।
ਪੰਜਾਬ ਦੇ ਕਈ ਟਰਸਟਾਂ 'ਚ ਇੱਕ ਇੱਕ ਪਲਾਟ 4-4 ਵਾਰ ਵਿਕ ਗਿਆ। ਔਰ ਜਿਹੜੇ ਚਾਰੇ ਬੰਦੇ ਨੇ, ਉਹ ਕਹਿੰਦਾ ਮੇਰਾ ਪਲਾਟ, ਉਹ ਕਹਿੰਦਾ ਮੇਰਾ ਪਲਾਟ, ਉਹ ਕਹਿੰਦਾ ਮੇਰਾ ਪਲਾਟ ਹੈ। ਉਹ ਚਾਰੇ ਜਾਣੇ ਅਦਾਲਤਾਂ ਵਿੱਚ ਜਾ ਕੇ ਆਪੋ 'ਚ ਲੜਦੇ ਪਏ ਆ। ਜਿਹੜੇ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਨੇ ਤੇ ਅਹੁਦੇਦਾਰਾਂ ਨੇ, ਜਿਹੜੇ ਚੇਅਰਮੈਨਾਂ ਵਗੈਰਾ ਨੇ, ਇਹ ਸਾਰਾ ਕੁਝ ਕੀਤਾ ਸੀ, ਉਹ ਐਸ਼ ਕਰਕੇ ਵੱਡੀਆਂ ਕੋਠੀਆਂ ਪਾ ਕੇ ਪਾਸੇ ਹੋ ਕੇ ਬਹਿ ਗਏ ਨੇ। ਉਹਨਾਂ 'ਚੋਂ ਬਹੁਤ ਸਾਰੇ ਆ ਜਿਨ੍ਹਾਂ ਨੇ ਬਾਅਦ 'ਚ ਚੋਣਾਂ ਵੀ ਲੜੀਆਂ, ਕੋਈ MLA ਵੀ ਬਣ ਗਿਆ, ਕੋਈ ਮੰਤਰੀ ਵੀ ਬਣ ਜਾਂਦਾ ਰਿਹਾ। ਇਹ ਸਾਰਾ ਕੁਝ ਵੀ ਅਸੀਂ ਹੁੰਦਾ ਵੇਖਦੇ ਰਹੇ। ਹੁਣ ਕਿਉਂਕਿ ਮਾਮਲਾ ਜਲੰਧਰ ਦੇ ਇੰਪਰੂਵਮੈਂਟ ਟਰਸਟ ਦਾ, ਜਲੰਧਰ ਦਾ ਇੰਪਰੂਵਮੈਂਟ ਟਰਸਟ ਕਈ ਕਿਸਮ ਦੇ ਘਪਲਿਆਂ ਘਟਾਲਿਆਂ ਦੇ ਵਿੱਚ ਸ਼ਾਮਲ ਰਿਹਾ। ਉਹ ਇਸ ਵੇਲੇ ਨਵੀਂ ਸਰਕਾਰ ਆਈ ਹੈ, ਇਹਦਾ ਤੇ ਜਿਹੜਾ ਨਵਾਂ ਚੇਅਰਮੈਨ ਆ ਉਹ ਆਉਂਦਿਆਂ ਸਾਰੇ ਲਤੀਫਪੁਰੇ 'ਚ ਫਸ ਗਿਆ। ਲਤੀਫਪੁਰੇ ਦੇ ਵਿੱਚ ਜਿਹੜੇ ਗਰੀਬਾਂ ਦੇ ਘਰ ਢਾਏ ਗਏ, ਉਹਦਾ ਸਾਨੂੰ ਵੀ ਦਰਦ ਹੈ। ਅਸੀਂ ਚਾਹੁੰਦੇ ਹਾਂ ਕਿ ਉਹਦਾ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ, ਪਰ ਉਹਦੇ ਵਿੱਚ ਵੀ 2 ਇਹੋ ਜਿਹੇ ਨਿਕਲ ਆਏ ਆ ਜਿਨ੍ਹਾਂ ਦੇ ਕੋਲ ਬਹੁਤ ਕੁਝ ਸੀ ਤੇ ਉਹਨਾਂ ਦੇ ਇੱਥੇ ਨਜਾਇਜ਼ ਕਬਜ਼ੇ ਕੀਤੇ ਸੀ। ਹੁਣ ਉਹਨਾਂ ਦੇ ਕੇਸ ਦਰਜ ਹੋਏ ਆ, ਜਿਹੜੇ ਕੇਸ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਇੰਪਰੂਵਮੈਂਟ ਟਰਸਟ ਨੇ ਦਰਜ ਕਰਾਏ ਆ। ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ 30 ਸਾਲਾਂ 'ਚ ਕਿਉਂ ਨਹੀਂ ਕਰਾਏ? ਇਹਦਾ ਮਤਲਬ ਕਿ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਸੀ ਤਾਂ ਨਹੀਂ ਸੀ ਕਰਾਉਂਦੇ। ਇਹ ਜਿਹੜੇ ਪਾਸੇ ਨੂੰ ਗੱਲ ਤੁਰ ਪਈ ਆ, ਹੁਣ ਇੱਕ ਬੰਦਾ ਫੜਿਆ ਗਿਆ, ਇਹਦੇ ਨਾਲ ਦੇ ਬਾਕੀ ਵੀ ਫੜੇ ਜਾਣੇ ਚਾਹੀਦੇ। ਕੋਈ 10-12 ਪਹਿਲਾਂ ਵੀ ਫੜੇ ਹੋਏ ਆ। ਪਰ ਸਵਾਲ ਇਸ ਇੱਕ ਕੇਸ ਤੱਕ ਨਹੀਂ ਰਹਿਣਾ ਚਾਹੀਦਾ। ਪੰਜਾਬੀ ਦਾ ਮੁਹਾਵਰਾ ਕਿ ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਹੈ। ਜਿਹੜਾ ਪਿਆ ਕਿ ਜਿਹੜਾ ਵੀ ਇੰਪਰੂਵਮੈਂਟ ਟਰਸਟ ਵਿੱਚ ਆ ਕੇ ਅਧਿਕਾਰੀ ਲੱਗ ਜਾਵੇ, ਉਹ ਵੀ ਮੋਟੀ ਕਮਾਈ ਕਰ ਜਾਂਦਾ। ਜਿਹੜਾ ਕੋਈ ਚੇਅਰਮੈਨ ਵਗੈਰਾ ਲੱਗ ਜਾਵੇ, ਉਹ ਵੀ ਮੋਟੀ ਕਮਾਈ ਕਰ ਜਾਂਦਾ। ਔਰ ਪੰਜਾਬ 'ਚ ਜਿਹੜੇ ਇੰਨੇ ਘਾਵਲੇ, ਅਜੇ 2 ਦਿਨ ਪਹਿਲਾਂ ਦੀ ਗੱਲ ਹੈ, ਗਮਾਡਾ ਜਿਹੜੀ ਉਹ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਹੈ, ਉਹ ਵੀ ਤੇ ਅਸਲ 'ਚ ਜੇ ਪੰਜਾਬੀ 'ਚ ਕਹੀਏ ਤੇ ਪਹਿਲਾਂ ਮੋਹਾਲੀ ਦਾ ਇੰਪਰੂਵਮੈਂਟ ਟਰਸਟ ਹੀ ਹੈ ਨਾ। ਉਹਦੇ ਵਿੱਚ ਜਿਹੜਾ ਉਹਨਾਂ ਦਾ ਈਓ ਫੜਿਆ ਗਿਆ ਬਾਂਸਲ, ਉਹਦੇ ਮਾਮਲੇ 'ਚ ਕਿੰਨਾ ਕੁਝ ਨਿਕਲਿਆ ਕਿ ਫੜੇ ਜਾਣ ਵੇਲੇ ਗੱਲ ਨਹੀਂ ਸੀ ਕਰਦਾ, ਤੇ ਹੁਣ ਉਹਦੀਆਂ ਪ੍ਰਾਪਰਟੀਆਂ ਇੰਨੀਆਂ ਨਿਕਲੀ ਆਉਂਦੀਆਂ। ਉਹ ਕਹਿੰਦੇ ਸ਼ੈਤਾਨ ਦੀ ਆਂਦਰ ਬੜੀ ਲੰਮੀ ਹੋ ਜਾਂਦੀ ਹੈ, ਤੇ ਉਸ ਈਓ ਦੀਆਂ ਪ੍ਰਾਪਰਟੀਆਂ ਦੀ ਲਿਸਟ ਵੀ ਬੜੀ ਲੰਮੀ ਹੋ ਜਾਂਦੀ ਹੈ। ਇਹ ਸਾਰੇ ਕਾਲੇ ਮਾਲੇ ਲੋਕਾਂ ਸਾਹਮਣੇ ਆਉਣੇ ਚਾਹੀਦੇ ਆ। ਬਿਲਕੁਲ ਪ੍ਰੋਫੈਸਰ ਸਾਹਿਬ, ਇਹ ਤਾਂ ਸਾਰੇ ਕਪੜੇ ਬਾਹਰ ਆਉਣੇ ਚਾਹੀਦੇ। ਦੂਸਰੇ ਪਾਸੇ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਹੈ ਪ੍ਰੋਫੈਸਰ ਸਾਹਿਬ ਕਿਸੇ ਨੇ, ਉਹ ਕਹਿੰਦੇ ਕਿ ਸਿੱਧੇ ਤੌਰ ਤੇ ਸਵਾਲ ਲੋਕਾਂ ਨੂੰ ਪੁੱਛਣ ਦਿਓ। ਇਸ ਪਟੀਸ਼ਨ ਨੂੰ ਕਿਵੇਂ ਦੇਖਦੇ? ਵੈਸੇ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ 250 ਦਾ ਅੰਕੜਾ ਮੈਨੂੰ ਲੱਗਦਾ ਹੋਣ ਵਾਲਾ, ਬਹੁਮਤ ਮਿਲ ਜਾਣਾ ਇਦਾਂ ਦੇ ਲੋਕਾਂ ਦਾ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਦੋਸ਼ ਕੋਈ ਨਾ ਕੋਈ ਲੱਗੇ ਪਏ ਆ। ਕਿਵੇਂ ਦੇਖਦੇ ਇਸ ਪਟੀਸ਼ਨ ਨੂੰ? ਦੇਖੋ, ਜਿਹੜੇ ਪਾਰਲੀਮੈਂਟ 'ਚ ਦੋਸ਼ੀ ਨੇ, ਜਿਨ੍ਹਾਂ ਦੇ ਦਾਗੀ ਨੇ, ਜਿਨ੍ਹਾਂ ਉੱਤੇ ਕੇਸ ਚੱਲਦੇ ਪਿਆ, ਉਹ ਇਸ ਵੇਲੇ 233 ਜਾਂ 35 ਨੇ ਜੀ। ਪਾਰਲੀਮੈਂਟ 543 ਦੀ, ਉਹ 'ਚੋਂ ਜੇ 235 ਜਾਂ 233 ਇੰਨੇ ਦਾਗੀ ਬੈਠੇ ਹੋਣ, ਕਿਸੇ ਤੇ ਕਤਲ ਦਾ ਪਰਚਾ, ਕਿਸੇ ਤੇ ਡਾਕੇ ਦਾ, ਕਿਸੇ ਤੇ ਚੋਰੀ ਦਾ, ਕਿਸੇ ਤੇ ਫਰਾਡ ਦਾ, ਕਿਸੇ ਤੇ ਬਲਾਤਕਾਰ ਦਾ ਵੀ ਸਭ ਕੁਝ ਹੈਗੇ ਨੇ, ਉਹ ਜੇ ਉੱਥੇ ਬੈਠੇ ਹੋਣ ਤੇ ਸ਼ਰਮਨਾਕ ਸਥਿਤੀ ਹੈ। ਪਰ ਆ ਜਿਹੜਾ ਸਵਾਲ ਹੈ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਜੀ। ਇਹ ਸਵਾਲ ਇਹ ਆ ਕਿ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣ ਦਾ ਅਧਿਕਾਰ ਅਜੇ ਤੱਕ ਸਿਰਫ ਤੇ ਸਿਰਫ ਪਾਰਲੀਮੈਂਟ ਮੈਂਬਰਾਂ ਨੂੰ ਹੈ। ਬਿਲਕੁਲ। ਇਹਦੇ ਤੋਂ ਇਲਾਵਾ ਬਾਹਰੋਂ ਕੋਈ ਬੰਦਾ ਜਾ ਕੇ ਕਰੇ ਤੇ ਮੈਨੂੰ ਪਤਾ ਨਹੀਂ ਉੱਥੇ ਉਹਨਾਂ ਦਾ ਕੀ ਸਿਸਟਮ ਹੈ। ਪਾਰਲੀਮੈਂਟ ਮੈਂਬਰ ਉਹਦਾ ਸਵਾਲ ਉੱਥੇ ਪੇਸ਼ ਕਰ ਸਕਦੇ ਕਿ ਨਹੀਂ ਕਰ ਸਕਦੇ। ਮੇਰਾ ਆਪਣਾ ਨਿੱਜੀ ਤਜਰਬਾ ਇਹ ਆ ਕਿ ਜਦੋਂ ਪੰਜਾਬ 'ਚ ਜਨਤਾ ਪਾਰਟੀ ਹੁੰਦੀ ਸੀ, ਅਜੇ ਭਾਜਪਾ ਨਹੀਂ ਸੀ ਬਣੀ, ਤੇ ਅਕਾਲੀ ਦਲ ਤੇ ਜਨਤਾ ਪਾਰਟੀ ਸਾਂਝੀ ਸਰਕਾਰ ਸੀ, ਉਹਨਾਂ ਦਿਨਾਂ 'ਚ ਇੱਕ ਪਟੀਸ਼ਨ ਮੈਂ ਤੇ ਡਾਕਟਰ ਇੰਦਰਜੀਤ ਭੱਲਾ ਅਸੀਂ ਪਾਈ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ 18 ਸਾਲ ਦੀ ਉਮਰ 'ਚ ਵੋਟ ਦਾ ਹੱਕ ਚਾਹੀਦਾ। ਉਦੋਂ ਅਜੇ ਵੋਟ ਦਾ ਹੱਕ ਨਹੀਂ ਸੀ ਦਿੰਦੇ। ਉਹ ਪੰਜਾਬ ਦੀ ਵਿਧਾਨ ਸਭਾ ਦੀ ਪਟੀਸ਼ਨਸ ਕਮੇਟੀ ਜਿਹੜੀ ਉਹਦੇ ਕੋਲ ਗਈ ਸੀ, ਉਹ 'ਚ ਬਕਾਇਦਾ ਸਾਡੀ ਸੁਣਵਾਈ ਹੋਈ ਜੀ। ਉਹ 10-11 MLA ਬੈਠੇ ਸੀ, 3-4 ਅਫਸਰ ਬੈਠੇ ਸੀ, ਤੇ ਉਹਨਾਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਮੈਂ ਉਦੋਂ ਅਜੇ ਛੋਟੀ ਉਮਰ ਦਾ ਹੀ ਮੁੰਡਾ ਸਾਂ, ਅਜੇ ਮੈਂ 25 ਦਾ ਨਹੀਂ ਹੋਇਆ ਜਦੋਂ ਉਹਨਾਂ ਸਾਹਮਣੇ ਜਾ ਕੇ ਬੈਠਾ ਸਾਂ। ਉਸ ਵਕਤ ਦਾ ਉਸਦਾ ਰਿਕਾਰਡ ਬੋਲਦਾ, ਅਸੀਂ ਉਦੋਂ ਵੀ ਕੀਤਾ ਸੀ। ਵਿਧਾਨ ਸਭਾ ਦੇ ਵਿੱਚ ਪਟੀਸ਼ਨਸ ਕਮੇਟੀ ਹੁੰਦੀ, ਕੋਈ ਪਟੀਸ਼ਨ ਕਰ ਸਕਦਾ। ਇੱਥੇ ਪਾਰਲੀਮੈਂਟ 'ਚ ਉਹਦਾ ਸਿਸਟਮ ਹੈ ਕਿ ਨਹੀਂ ਹੈ ਮੈਨੂੰ ਪੂਰਾ ਨਹੀਂ ਪਤਾ, ਪਰ ਕਿਸੇ ਬੰਦੇ ਨੇ ਜਾ ਕੇ ਸੁਪਰੀਮ ਕੋਰਟ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਸਾਨੂੰ ਇਹ ਹੱਕ ਹੋਣਾ ਚਾਹੀਦਾ ਕਿ ਆਪਣੀਆਂ ਅਰਜ਼ੀਆਂ ਸਿੱਧੀਆਂ ਪਾਰਲੀਮੈਂਟ ਭੇਜ ਸਕੀਏ, ਅਸੀਂ ਸਿੱਧੇ ਤੌਰ ਤੇ ਸਵਾਲ ਪੁੱਛ ਸਕੀਏ। ਉਹਨੇ ਆਖਿਆ ਜੀ ਅਸੀਂ ਲੋਕ ਲੀਡਰਾਂ ਨੂੰ ਚੁਣਨ ਵਾਸਤੇ ਰਹਿ ਗਏ, ਸਾਡਾ ਲੋਕਤੰਤਰ 'ਚ ਕੀ ਰੋਲ ਹੈ? ਸਾਡਾ ਰੋਲ ਇਹ ਹੋਣਾ ਚਾਹੀਦਾ ਕਿ ਸਰਕਾਰ ਸਾਨੂੰ ਇਹ ਹੱਕ ਦੇਵੇ ਕਿ ਅਸੀਂ ਆਪਣਾ ਸਵਾਲਨਾਮਾ ਸਿੱਧੇ ਤੌਰ ਤੇ ਭੇਜ ਸਕੀਏ। ਹੁਣ ਸੁਪਰੀਮ ਕੋਰਟ ਨੇ ਆਖਿਆ ਅਸੀਂ ਸੁਣਵਾਈ ਕਰਾਂਗੇ। ਸੁਪਰੀਮ ਕੋਰਟ ਸੁਣਵਾਈ ਕਰਕੇ ਕਹਿ ਵੀ ਦੇਵੇ ਕਿ ਤੁਹਾਨੂੰ ਹੱਕ ਹੈ, ਸੁਪਰੀਮ ਕੋਰਟ ਦੇ ਕਹਿਣ ਨਾਲ ਹੱਕ ਨਹੀਂ ਮਿਲਣਾ ਜੀ। ਹੱਕ ਮਿਲਣਾ ਤਾਂ ਜੇ ਸੁਪਰੀਮ ਕੋਰਟ ਦੇ ਇਸ ਕਹਿ ਨੂੰ ਪਾਰਲੀਮੈਂਟ ਵੀ ਮੰਨੂਗੀ। ਚਾਹੀਦਾ ਇਹ ਹੈ ਕਿ ਪਾਰਲੀਮੈਂਟ ਇਸ ਕਿਸਮ ਦਾ ਕਾਨੂੰਨ ਪਾਸ ਕਰੇ ਕਿ ਹਿੰਦੁਸਤਾਨ ਦੇ ਹਰ ਨਾਗਰਿਕ ਨੂੰ, ਕਿਉਂਕਿ ਸਾਡਾ ਸੰਵਿਧਾਨ ਸ਼ੁਰੂ ਇੱਥੋਂ ਹੁੰਦਾ, ਹਮ ਭਾਰਤ ਕੇ ਨਾਗਰਿਕ, ਜੇ ਸੰਵਿਧਾਨ ਇੱਥੋਂ ਸ਼ੁਰੂ ਹੁੰਦਾ ਹਮ ਭਾਰਤ ਕੇ ਨਾਗਰਿਕ, ਤੇ ਭਾਰਤ ਦੇ ਹਰ ਨਾਗਰਿਕ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਉਹਦੇ ਮਨ ਵਿੱਚ ਜਿਹੜੇ ਸਵਾਲ ਉੱਠਦੇ ਆ, ਉਹ ਸਵਾਲ ਪਾਰਲੀਮੈਂਟ ਮੈਂਬਰਾਂ ਬਾਰੇ ਹੋ ਸਕਦੇ, ਉਹ ਸਵਾਲ ਮੰਤਰੀਆਂ ਬਾਰੇ ਹੋ ਸਕਦੇ ਆ, ਉਹ ਸਵਾਲ ਮਹਿਕਮਾ ਬਾਰੇ ਹੋ ਸਕਦੇ ਆ, ਉਹ ਸਵਾਲ ਮੁਲਕ ਬਾਰੇ ਹੋ ਸਕਦੇ ਆ, ਉਹ ਸਵਾਲ ਗੁਆਂਢੀ ਮੁਲਕ ਬਾਰੇ ਹੋ ਸਕਦੇ ਆ, ਉਹ ਧਰਤੀ ਬਾਰੇ ਹੋ ਸਕਦੇ ਆ, ਉਹ ਪੌਣ ਪਾਣੀ ਸ਼ੁਕਰ ਤਾਰੇ ਬਾਰੇ ਹੋ ਸਕਦੇ ਆ, ਇਹ ਸੈਟੇਲਾਈਟਸ ਬਾਰੇ ਹੋ ਸਕਦੇ ਆ, ਸਾਡੀਆਂ ਫੌਜਾਂ ਬਾਰੇ ਹੋ ਸਕਦੇ ਆ, ਜਾਂ ਕਿਸੇ ਵੀ ਕਿਸਮ ਦੀ ਕਰਪਸ਼ਨ ਬਾਰੇ ਹੋ ਸਕਦੇ ਆ, ਕਰੋਨਾ ਦੇ ਇਲਾਜ ਬਾਰੇ ਹੋ ਸਕਦੇ, ਜਾਂ ਕਿਸੇ ਹੋਰ ਬਿਮਾਰੀ ਦੇ ਇਲਾਜ ਬਾਰੇ ਹੋ ਸਕਦੇ ਆ। ਇਹ ਸਾਰੇ ਸਵਾਲਾਂ ਦੇ ਉੱਤੇ ਉਹਨਾਂ ਨੂੰ ਪੁੱਛਣ ਦਾ ਹੱਕ ਹੋਣਾ ਚਾਹੀਦਾ। ਜੇ ਕਿਸੇ ਬੰਦੇ ਨੇ ਇਹੋ ਜਿਹੀ ਪਟੀਸ਼ਨ ਦਾਇਰ ਕੀਤੀ ਹੈ ਤੇ ਉਹਦੀ ਨੇਕ ਭਾਵਨਾ ਨੂੰ ਲਿਆ ਜਾਣਾ ਚਾਹੀਦਾ।
ਤੇ ਉਸ ਨੇਕ ਭਾਵਨਾ ਨੂੰ ਮੰਨਦੇ ਹੋਏ ਭਾਰਤ ਦੀ ਸੁਪਰੀਮ ਕੋਰਟ, ਕਿਉਂਕਿ ਸੁਪਰੀਮ ਹੈ, ਅਦਾਲਤਾਂ ਸਭ ਤੋਂ ਉੱਚੀ ਹੈ, ਉਹਨੂੰ ਆਪਣੇ ਤੌਰ ਤੇ ਇਹਦਾ ਨਿਬੇੜਾ ਕਰ ਦੇਣਾ ਚਾਹੀਦਾ। ਜੋ ਵੀ ਸੁਪਰੀਮ ਕੋਰਟ ਫੈਸਲਾ ਕਰ ਦੇਵੇ, ਮੈਂ ਫਿਰ ਕਹੂੰਗਾ ਆਖਰੀ ਫੈਸਲਾ ਤੇ ਉਹ ਹੋਣਾ ਜਿਹੜਾ ਪਾਰਲੀਮੈਂਟ ਕਰੂਗੀ। ਪਾਰਲੀਮੈਂਟ ਨੂੰ ਵੀ ਇਸ ਮਾਮਲੇ 'ਚ ਥੋੜ੍ਹੀ ਜਿਹੀ ਫਰਾਖਦਿਲੀ ਵਿਖਾਉਣੀ ਚਾਹੀਦੀ ਆ। ਭਾਰਤ ਦੇ ਨਾਗਰਿਕਾਂ ਨੂੰ ਆਪਣੀਆਂ ਪਟੀਸ਼ਨਾਂ ਸਿੱਧੀਆਂ ਭੇਜਣ ਦਾ ਹੱਕ ਹੋਣਾ ਚਾਹੀਦਾ। ਉਹਨਾਂ ਪਟੀਸ਼ਨਾਂ ਨੂੰ ਅੱਗੋਂ ਛਾਣੀ ਲੱਗ ਜੇ, ਜਿਹੜੀ ਕੰਮ ਦੀ ਹੋਵੇ ਪਾਰਲੀਮੈਂਟ ਚੱਲ ਜਾਵੇ, ਜਿਹੜੀ ਸਿਰਫ ਵਕਤ ਜਾਇਆ ਕਰਨੀ ਵਾਲੀ ਹੋਵੇ, ਬੜੇ ਵੱਡੇ ਵੱਡੇ ਡਸਟਬਿਨ ਉਹਨੇ ਸੁੱਟ ਲੈਣ, ਪਰ ਹੱਕ ਜ਼ਰੂਰ ਦੇ ਦੇਣਾ ਚਾਹੀਦਾ। ਦੇਖਦੇ ਆਪਾਂ ਸਭ ਇਹ ਹੱਕ ਮਿਲਦੇ ਆ ਜਾਂ ਫਿਰ ਨਹੀਂ। ਦੂਸਰੇ ਪਾਸੇ ਅਮਰੀਕਾ ਦੇ ਇੱਕ ਜਨਰਲ ਨੇ ਕਿਹਾ ਕਿ ਚੀਨ ਦੇ ਨਾਲ 2025 ਵਿੱਚ ਜੰਗ ਲੱਗ ਸਕਦੀ ਹੈ। ਇਹਦੇ ਕੀ ਮਾਇਨੇ ਹੈ ਜੀ? ਕਹਿਣ ਦੀ ਜ਼ਰੂਰਤ ਕਿਉਂ ਪਈ? ਅਮਰੀਕਨ ਜਰਨੈਲ ਜਦੋਂ ਇਦਾਂ ਬੋਲਦੇ ਹਨ ਨਾ, ਤੇ ਉਹ ਆਪਣੇ ਤੌਰ ਦੇ ਉੱਤੇ ਅਮਰੀਕਾ ਦਾ ਕੋਈ ਜਰਨੈਲ ਕਦੇ ਬਿਲਕੁਲ ਨਹੀਂ ਬੋਲਦਾ ਹੁੰਦਾ। ਜਿਹੜੀ ਅਮਰੀਕਾ ਦੀ ਫੌਜ ਦੀ 에ਅਰ ਮੋਬਿਲਿਟੀ ਕਮਾਂਡ ਹੈ, ਉਹਦਾ ਜਨਰਲ ਮੋਨਿਹਾਨ ਉਹਨੇ ਇਹ ਬਿਆਨ ਦਿੱਤਾ ਔਰ ਗਲੋਬਲ ਟਾਈਮਸ ਨੇ ਛਾਪਿਆ। ਗਲੋਬਲ ਟਾਈਮਸ ਦੁਨੀਆ ਭਰ ਦਾ ਬੜਾ ਤਗੜਾ ਅਖਬਾਰ ਹੈ, ਦੁਨੀਆ ਪੱਧਰ ਦਾ। ਉਹਨਾਂ ਨੇ ਰਿਪੋਰਟ ਛਾਪੀ ਹੈ ਕਿ ਜਨਰਲ ਮੋਨਿਹਾਨ ਕਹਿੰਦਾ ਕਿ ਸਾਡੀ ਸਰਕਾਰ ਇਹ ਸਮਝਦੀ ਹੈ ਕਿ ਆ 2023 ਚੱਲਦਾ ਪਿਆ, 24 ਮਸਾ ਲੰਘਣਾ, 2025 ਦੇ ਵਿੱਚ ਸਾਡਾ ਅਮਰੀਕਾ ਦਾ ਤੇ ਇਹ ਜਿਹੜੇ ਹੈਗੇ ਨੇ ਚੀਨ ਵਾਲੇ, ਸਾਡਾ ਆਪਸ ਵਿੱਚ ਝਗੜਾ ਹੋ ਸਕਦਾ। ਝਗੜਾ ਮੀਨ ਜੇ ਨਹੀਂ ਕਿ ਤੂੰ ਮੈਂ ਹੋਏਗੀ, ਝਗੜਾ ਮੀਨ ਜੇ ਨਹੀਂ ਕਿ ਇੱਕ ਦੂਸਰੇ ਦਾ ਕਾਰੋਬਾਰ ਰੋਕਿਆ ਜਾ ਸਕਦਾ। ਝਗੜੇ ਦਾ ਮਤਲਬ ਇਹ ਨਹੀਂ ਕਿ ਦੋਵੇਂ ਤਰ੍ਹਾਂ ਇੱਕ ਦੂਸਰੇ ਦੇ ਆਸੇ-ਪਾਸੇ ਜਾ ਕੇ ਜਿੱਦਾਂ ਐਕਸਰਸਾਈਜ਼ ਕਰਦੀਆਂ ਡਰਾਵੇ ਦੇਣ ਵਾਸਤੇ ਉਹ ਕਰਨਗੀਆਂ। ਉਹ ਇਹ ਕਹਿੰਦਾ ਕਿ ਇਹਦੇ ਤੋਂ ਬਾਅਦ ਇਹੋ ਜਿਹਾ ਝਗੜਾ ਹੋ ਸਕਦਾ ਜਿਹੜਾ ਝਗੜਾ ਜੰਗ ਦੀ ਸ਼ਕਲ ਅਖਤਿਆਰ ਕਰ ਸਕਦਾ। ਜੇ ਉਹਨੇ ਇਹ ਗੱਲ ਆਖੀ ਹੈ ਤਾਂ ਕਿਸੇ ਸਬੂਤ ਤੇ ਆਖੀ ਹੋਗੀ। ਉੱਦਾਂ ਅਮਰੀਕਾ ਵਾਲਿਆਂ ਦੀ ਆਦਤ ਇਹ ਆ ਕਿ ਜਦੋਂ ਸਾਰਾ ਕੁਝ ਸੁੱਖ ਸਾਂਦ ਹੋਵੇ, ਉਦੋਂ ਵੀ ਉਹ ਜਿੱਦਾਂ ਕੋਈ ਹੁੰਦਾ ਨਾ ਜਿਹੜਾ ਮੁੜ ਕੇ ਪਿੰਡ ਦੇ ਵਿੱਚ ਬੈਠਾ ਖੁਣ ਤੇ ਆਖੀ ਜਾਂਦਾ, ਅੱਜ ਪਤਾ ਨਹੀਂ ਕਿਹਦੇ ਘਰ ਰੋਣ ਦੀ ਆਵਾਜ਼ ਆਉਂਦੀ ਆ, ਉਹਨੂੰ ਇਹਦਾ ਕਿ ਮਕਾਨ ਹੋਊ, ਜੇ ਕਿਸੇ ਦੇ ਘਰ ਚੱਟ ਕੇ ਉੱਠਿਆ ਤੇ ਉੱਥੇ ਖਾਣ ਪੀਣੀ ਹੋਊ ਸੀ। ਜਿਹੜੇ ਇਦਾਂ ਦੇ ਹੈਗੇ ਨੇ ਅਮਰੀਕਾ ਦੇ ਕੋਲ ਜਰਨੈਲ ਵੀ ਤੇ ਲੀਡਰ ਵੀ, ਜਿਹੜੇ ਮੁੜ ਕੇ ਜੰਗਾਂ ਦੀਆਂ ਗੱਲਾਂ ਕਰਦੇ ਆ, ਇਹ ਸੁੱਖਾਂ ਲੱਦੇ ਨਹੀਂ। ਇਹ ਅੱਜ ਨਹੀਂ ਕੱਲ੍ਹ ਸਹੀ, ਕਦੇ ਵੀਅਤਨਾਮ 'ਚ ਜੰਗ ਲਾ ਲਈ, ਕਦੇ ਇਰਾਕ 'ਚ ਚਲੇ ਗਏ, ਕਦੇ ਅਫਗਾਨਿਸਤਾਨ ਜਾ ਕੇ ਪੰਗਾ ਪਾ ਲਿਆ, ਉੱਥੋਂ ਮੁੜ ਕੇ ਕੁੱਟ ਖਾ ਕੇ ਪਿਛਾਂਹ ਮੁੜੇ। ਇਹ ਜਿਹੜਾ ਕੰਮ ਇਹਨਾਂ ਦਾ ਇਹ ਰੁਕਦਾ ਨਹੀਂ ਪਿਆ। ਹੁਣ ਅਮਰੀਕਾ ਦੀ 에ਅਰ ਮੋਬਿਲਿਟੀ ਕਮਾਂਡ ਜਦੋਂ ਦੇਸ਼ ਤੋਂ ਬਾਹਰ ਲੜਨ ਵਾਸਤੇ ਜਾਣਾ, ਤੇ ਉਦੋਂ ਫੌਜ, ਹਵਾਈ ਫੌਜ ਤੇ ਸਮੁੰਦਰੀ ਫੌਜ, ਤਿੰਨਾਂ ਫੌਜਾਂ ਨੇ ਜਾਣਾ। ਉਹ ਜੋ ਤਿੰਨੇ ਫੌਜਾਂ ਉੱਥੇ ਜਾਣੀਆਂ ਨੇ, ਜਿਹੜੀ ਜੰਗ ਦੀ ਉਹਨੇ ਗੱਲ ਛੇੜ ਦਿੱਤੀ ਹੈ, ਜੰਗ ਕਦੇ ਵੀ ਇੱਕ ਤਰਫਾ ਨਹੀਂ ਹੁੰਦੀ ਜੀ। ਪੰਜਾਬੀ ਦਾ ਮੁਹਾਵਰਾ ਭਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਅੱਗੇ ਚੀਨ ਹੈ, ਇਹ ਵੇਖ ਲਓ, ਉਹਦੀ ਵੀ ਐਟਮੀ ਤਾਕਤ ਵੀ ਤਗੜੀ ਆ, ਸਪੇਸ ਦੇ ਵਿੱਚ ਵੀ ਸਪੇਸ ਵਾਰ ਵਾਸਤੇ ਤੁਹਾਡੇ ਨਾਲੋਂ ਅੱਗੇ ਲੰਘ ਚੁੱਕਾ। ਪਰ ਜੇ ਇਸ ਤਰ੍ਹਾਂ ਦੇ ਡਰਾਵੇ ਦਿਓਗੇ ਤੇ ਕੱਚੀਆਂ ਗੋਲੀਆਂ ਕਿਸੇ ਵੀ ਨਹੀਂ ਖੇਡੀਆਂ ਹੁੰਦੀਆਂ। ਜਿਹੜਾ ਸੰਭਲ ਕੇ ਚੱਲਣਾ ਚਾਹੀਦਾ। ਅਮਰੀਕਾ ਦੇ ਜਰਨੈਲ ਨੇ ਜਿਹੜਾ ਬਿਆਨ ਦਿੱਤਾ ਉਹ ਭੜਕਾਊ ਬਿਆਨ ਹੈ, ਪ੍ਰੋਵੋਕੇਟਿਵ ਹੈ। ਇਸ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੂੰ ਇਹਦਾ ਸਪਸ਼ਟੀਕਰਨ ਦੇਣਾ ਚਾਹੀਦਾ। ਬਿਲਕੁਲ ਪੰਸਾ, ਸਪਸ਼ਟੀਕਰਨ ਤਾਂ ਦੇਣਾ ਪੈਣਾ, ਤਾਂ ਰੌਲਾ ਵੱਧ ਸਕਦਾ ਹੈ। ਬਾਕੀ ਚਰਚਾ ਕੀਤੀ ਤੁਸੀਂ ਖਬਰਾਂ ਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਜਰੂਰ ਟਿੱਪਣੀ ਕਰਿਓ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।